ਚਾਹ ਵਾਲਾ ਗੱਡੀ ਨੂੰ ਚੰਦ ਤੇ ਭੇਜ ਸਕਦਾ ਤੇ ਚਾਹ वाला ही चंद ते रहने वाले चाह वाले को बुला सकता। कि क्या तीनों आमिर खान, सलमान खान, शाहरुख खान कभी तीनों एक फिल्म में देखे जा सकते हैं? कभी तो कैसी आप अफोर्ड कर सको तो ऑफर कर दो बेटा, चड्डी बनियान बिक जाएगी। अस्सलाम वालेकुम। ਅੱਜ ਯਾਰ ਵੀਡੀਓ ਤੁਹਾਨੂੰ ਨਾਲ ਜਿਹੜੀ ਸ਼ੇਅਰ ਕਰਨ ਜਾ ਰਹੇ ਹਾਂ, ਤੁਸੀਂ ਮੁਕੰਮਲ ਦੇਖਣੀ ਆ ਤੇ ਹੋ ਸਕਦਾ ਥੋੜੀ ਜੀ ਵੀਡੀਓ ਲੰਬੀ ਹੋ ਜਾਵੇ, ਲੇਕਿਨ ਮੁਕੰਮਲ ਦੇਖ ਕੇ ਤੁਸੀਂ ਆਪਣੀ ਰਾਏ ਜ਼ਰੂਰ ਦੇਣੀ ਹੈ। ਸਭ ਤੋਂ ਪਹਿਲੇ ਤੇ ਮੈਂ ਗੱਲ ਕਰਾਂਗਾ ਕਿ ਇੰਡੀਆ ਦੇ ਵਿੱਚ ਮੁਕੇਸ਼ ਅੰਬਾਨੀ ਦੀ ਸ਼ਾਦੀ ਹੋ ਰਹੀ ਹੈ ਉਹਦੇ ਬੱਚੇ ਦੀ, ਤੇ ਉੱਥੇ ਬਿਲ ਗੇਟਸ ਆਇਆ, ਦੁਨੀਆ ਦਾ ਅਮੀਰ ਤਰੀਨ ਸ਼ਖਸ, ਇਹ ਕਹਿ ਲਾ ਕਿ ਟੌਪ 10 ਦੇ ਵਿੱਚੋਂ ਇੱਕ ਬੰਦਾ ਹੋਗਾ। ਉਸ ਤੋਂ ਬਾਅਦ ਉਸ ਬੰਦੇ ਨੇ ਇੰਡੀਆ ਦੇ ਵਿੱਚ ਐਂਟਰੀ ਕਰਕੇ ਤੇ ਫਿਰ ਇੱਕ ਛੋਟਾ ਜਿਹਾ ਰੇਹੜੀ ਵਾਲਾ ਚਾਹ ਵਾਲਾ, ਡੋਲੀ ਚਾਹ ਵਾਲਾ, ਜਿਹਦੀਆਂ ਪੁਰਾਣੀਆਂ ਵੀਡੀਓ ਅਗਰ ਤੁਸੀਂ ਕੱਢੋਗੇ ਤੇ ਇੱਕ ਪਿੱਛੇ ਗੰਦੀ ਜਿਹੀ ਦੀਵਾਰ ਹੈ ਤੇ ਦੀਵਾਰ ਦੇ ਸਾਹਮਣੇ ਖੜਾ ਉਹ ਚਾਹ ਬਣਾ ਰਿਹਾ, ਤੇ ਉਹਦੇ ਕੋਲ ਹਰ ਟਾਈਮ ਦੋ ਤਿੰਨ ਬੰਦੇ ਲੱਗੇ ਹੀ ਰਹਿੰਦੇ ਆ। ਦੋ ਤਿੰਨ ਮੈਂ ਘੱਟ ਦੱਸ ਰਿਹਾ, ਲੇਕਿਨ ਉਹਦੇ ਕੋਲ ਰਸ਼ ਜ਼ਿਆਦਾ ਹੀ ਹੁੰਦਾ ਕਿਉਂਕਿ ਉਹ ਮਸ਼ਹੂਰ ਹੀ ਹੋਇਆ ਪਿਆ। ਇੱਥੇ ਬਿਲ ਗੇਟਸ ਆਇਆ, ਬਿਲ ਗੇਟਸ ਨੇ ਜਾ ਕੇ ਉਹਦੇ ਕੋਲ ਵੀਡੀਓ ਬਣਾਈ, ਉਹਦੀ ਰੇਹੜੀ ਦੀ ਜਗ੍ਹਾ ਬਦਲ ਗਈ, ਉਹਦੀ ਮਤਲਬ ਜਿੱਥੇ ਖੜਾ ਆ ਉਹ ਜਗ੍ਹਾ ਨਹੀਂ ਹੈਗੀ ਜਿੱਥੇ ਉਹ ਰੈਗੂਲਰ ਹੁੰਦਾ, ਨਵੀਂ ਜਗ੍ਹਾ ਤੇ ਉਹਦੀ ਰੇਹੜੀ ਖੜੀ ਆ। ਉੱਥੇ ਬਿਲ ਗੇਟਸ ਗਿਆ, ਬਿਲ ਗੇਟਸ ਨੇ ਚਾਹ ਪੀਤੀ। ਬਿਲ ਗੇਟਸ ਦੁਨੀਆ ਦੇ ਇਹੋ ਜਿਹੇ ਮੁਲਕ ਦੇ ਵਿੱਚ ਆਇਆ ਜਿੱਥੇ ਮਜ਼ਹਬੀ ਜਿਹੜੀ ਫਿਰਕਾ ਵਾਰੀਅਤ ਹੈ ਨਾ, ਬਹੁਤ ਜ਼ਿਆਦਾ ਜਨੂਨ ਦੇ ਨਾਲ ਵੇਖੀ ਜਾਂਦੀ ਹੈ। ਬਿਲ ਗੇਟਸ ਦੀ ਸਿਕਿਉਰਿਟੀ ਕੋਈ ਨਹੀਂ ਸੀ, ਬਿਲ ਗੇਟਸ ਦੇ ਨਾਲ ਸਿਕਿਉਰਿਟੀ ਗਾਰਡ ਕੋਈ ਨਹੀਂ, ਉਹਦੇ ਨਾਲ ਵੇਖਣ ਵਾਲੇ ਬੰਦੇ ਕੋਈ ਨਹੀਂ, ਇੰਡੀਅਨ ਸਿਕਿਉਰਿਟੀ ਕੋਈ ਨਹੀਂ। ਮੁਕੇਸ਼ ਅੰਬਾਨੀ ਦੇ ਘਰ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਨਾਲ ਪੁਲਿਸ ਵਾਲੇ, ਉਹਦੇ ਜ਼ਾਤੀ ਸਿਕਿਉਰਿਟੀ ਗਾਰਡ ਲੱਗੇ ਆ, ਲੇਕਿਨ ਬਿਲ ਗੇਟਸ ਨਿਕਲ ਗਏ ਉੱਥੋਂ ਤੇ ਉਹ ਚਾਹ ਪੀਣ ਚਲਾ ਗਿਆ ਤੇ ਉੱਥੇ ਕੋਈ ਸਿਕਿਉਰਿਟੀ ਨਹੀਂ। ਫਿਰ ਡੋਲੀ ਚਾਹ ਵਾਲਾ ਕਹਿੰਦਾ ਕਿ ਮੈਂ ਤੇ ਜਾਣਦਾ ਹੀ ਨਹੀਂ, ਮੈਨੂੰ ਪਤਾ ਹੀ ਨਹੀਂ। ਯਾਰ ਇਹ ਕਿਵੇਂ ਹੋ ਸਕਦਾ ਕਿ ਇੱਕ ਚਾਹ ਵਾਲੇ ਦੇ ਕੋਲ ਬਿਲ ਗੇਟਸ ਜਾ ਰਿਹਾ, ਉਹਦੀ ਕੋਈ ਸਿਕਿਉਰਿਟੀ ਨਹੀਂ ਹੈਗੀ। ਇੱਕ ਹੋਵੇ ਨਾ ਜਿਸ ਮੁਲਕ ਦੇ ਵਿੱਚ ਬਿਲ ਗੇਟਸ ਰਹਿੰਦਾ ਉਸੇ ਮੁਲਕ 'ਚ ਚਾਹ ਵਾਲਾ ਵੀ ਰਹਿੰਦਾ, ਫਿਰ ਤਾਂ ਮੈਂ ਮੰਨ ਲਵਾਂ ਕਿ ਚਲੋ ਹੋ ਸਕਦਾ ਇਹੋ ਜਿਹਾ ਮਾਮਲਾ, ਲੇਕਿਨ ਇੱਕ ਦੂਸਰੇ ਮੁਲਕ 'ਚੋਂ ਆ ਕੇ ਇੱਕ ਚਾਹ ਵਾਲੇ ਕੋ ਜਾ ਰਿਹਾ, ਕੀ ਗੱਲ ਕੋਈ ਖਬਰਾਂ ਵਾਲੇ ਕੋਈ ਨਹੀਂ। ਉਹ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਤੇ ਅੱਜ 15 ਦਿਨ ਹੋ ਗਏ ਆ, ਨਿਊਜ਼ ਵਾਲੇ ਮੰਜੀ ਬਿਸਤਰਾ ਉੱਥੇ ਢਾਹ ਕੇ ਬੈਠੇ ਆ। ਇਸ ਵੀਡੀਓ ਦੇ ਵਿੱਚ ਸਿਰਫ ਇਹ ਦਿਖਾਇਆ ਗਿਆ ਕਿ ਚਾਹ ਵੇਚਣ ਵਾਲੇ ਨੇ ਚੰਦ ਤੇ ਗੱਡੀ ਭੇਜਦੀ ਤੇ ਚੰਦ ਤੇ ਘੁੰਮਣ ਵਾਲਿਆਂ ਨੂੰ ਚਾਹ ਵਾਲੇ ਦੇ ਕੋਲ ਲਿਆਂਦਾ। ਹੁਣ ਤੁਸੀਂ ਸਮਝ ਗਏ ਹੋ ਕਿ ਉਹ ਦੁਨੀਆ ਨੂੰ ਇੱਕ ਮੈਸੇਜ ਦੇ ਰਿਹਾ ਮੋਦੀ ਕਿ ਮੈਂ ਕੁਝ ਵੀ ਕਰ ਸਕਦਾ। ਅਸੀਂ ਦੁਨੀਆ ਦੇ ਵਿੱਚ ਇੱਕ ਪਾਵਰਫੁਲ ਸਟੇਟ ਆ, ਜਿੱਥੇ ਸਾਨੂੰ ਗਲਤ ਕਿਹਾ ਜਾਂਦਾ ਅਸੀਂ ਗਲਤ ਨਹੀਂ ਹੈਗੇ। ਦੂਸਰੇ ਪਾਸੇ ਸਾਡਾ ਮੁਲਕ ਹੈ ਜਿਹਦੀਆਂ ਅਸੈਂਬਲੀਆਂ ਦੇ ਵਿੱਚ ਕਰਾਰਦਾਦਾਂ ਪੇਸ਼ ਕੀਤੀਆਂ ਜਾ ਰਹੀਆਂ ਕਿ ਇਹ ਜਿਹੜੀਆਂ ਸੋਸ਼ਲ ਐਪਾਂ ਇਹਨਾਂ ਨੂੰ ਬੰਦ ਕੀਤਾ ਜਾਵੇ। ਮੈਂ ਕਮਾਲ ਆ ਯਾਰ, ਇੱਕ ਲੋਕਾਂ ਦੇ ਮੈਂਡੇਟ ਦੇ ਨਾਲ ਇਹ ਲੋਕ ਖੜੇ ਹੋ ਕੇ ਅਸੈਂਬਲੀ 'ਚ ਜਾਂਦੇ ਆ ਤੇ ਅਸੈਂਬਲੀ ਦੇ ਵਿੱਚ ਕਰਾਰਦਾਦਾਂ ਪੇਸ਼ ਹੁੰਦੀਆਂ। ਜਦੋਂ ਲੋਕਾਂ ਦਾ ਉਹਦੇ ਉੱਤੇ ਰੱਦੇ ਅਮਲ ਆਇਆ ਤੇ ਫਿਰ ਪੀਪਲ ਪਾਰਟੀ ਨੇ ਕਹਿਤਾ ਕਿ ਉਹ ਸਾਡਾ ਬੰਦਾ ਹੀ ਨਹੀਂ, ਸਾਡਾ ਉਹਦੇ ਨਾਲ ਕੋਈ ਤਲਕ ਨਹੀਂ। ਯਾਰ ਉਹਨੂੰ ਟਿਕਟ ਤੁਸੀਂ ਦਿੱਤੀ, ਜਿੱਤਿਆ ਤੁਹਾਡੇ ਵੱਲੋਂ, ਹੁਣ ਤੁਹਾਡਾ ਕੋਈ ਤਲਕ ਨਹੀਂ। ਚਲੋ ਇਹ ਗੱਲ ਤਾਂ ਰਹਿ ਗਈ ਸੀ ਬਿਲ ਗੇਟਸ ਤੱਕ, ਕਿਉਂਕਿ ਮੋਦੀ ਨੇ ਆਪਣੀ ਪਾਵਰ ਵਹਾਤੀ, ਕਿਉਂਕਿ ਸਾਰੀ ਦੁਨੀਆ ਉਹਨੂੰ ਚਾਹ ਵਾਲਾ ਕਹਿੰਦੀ ਸੀ। ਔਰ ਚਾਹ ਵਾਲਾ ਕਦੀ ਆਪਣੇ ਕੌਮੀ ਲਿਬਾਸ ਤੋਂ ਇਲਾਵਾ ਦੂਸਰੇ ਲਿਬਾਸ ਦੇ ਵਿੱਚ ਦੂਸਰੇ ਮੁਲਕਾਂ ਦੇ ਵਿੱਚ ਨਹੀਂ ਜਾਂਦਾ। ਉਹਦੇ ਅਕਸਰ ਤੁਸੀਂ ਵੇਖਿਆ ਹੋਏਗਾ ਚਿੱਟਾ ਸਾਫਾ ਜਾਂ ਪਿੰਕ ਸਾਫਾ, ਧੋਤੀ, ਵੇਸਕੋਟ, ਕਮੀਜ਼, ਇਹੋ ਜਿਹੇ ਡਰੈਸ ਹੁੰਦੇ ਉਹਦੇ। ਤੇ ਸਾਡੇ ਮਾਸ਼ਾਅੱਲਾ ਪੱਪੂ ਬਾਬੂ ਜਿਹੜੇ ਆ, ਇਹਨਾਂ ਨੇ ਉਹ ਟਾਈ ਲਾ ਕੇ ਤੇ ਬਿਲਕੁਲ ਐਵੇਂ ਜਿਵੇਂ ਕੱਦੂ ਫੁੱਟਬਾਲ ਨਹੀਂ ਹੁੰਦੇ ਬਹਿਰੂਪੀਏ, ਇਵੇਂ ਦੇ ਬਣ ਕੇ ਜਾਣਾ। ਤੇ ਫਿਰ ਉੱਥੇ ਜਾ ਕੇ ਕੀ ਸਟੇਟਮੈਂਟ ਦਿੰਦੇ ਆ, ਅਸੀਂ ਮੰਗਣ ਨਹੀਂ ਆਏ ਪਰ ਸਾਡਾ ਮਜਬੂਰੀ ਆ, ਅਸੀਂ ਮੰਗਣਾ ਵਾ, ਅਸੀਂ ਭਿਖਾਰੀ ਆ। ਭਿਖਾਰੀ ਕਦੀ ਆਪਣਾ ਲੀਡਰ ਨਹੀਂ ਚੂਜ਼ ਕਰਦੇ। ਇਹੋ ਜਿਹੇ ਮਾਮਲਾ ਦਾ। ਹੁਣ ਚਲੋ ਅੱਗੇ ਥੋੜੀ ਜਿਹੀ ਗੱਲ ਕਰਦੇ ਹਾਂ ਕਿ ਮੁਕੇਸ਼ ਅੰਬਾਨੀ ਦੇ ਮੁੰਡੇ ਦੀ ਸ਼ਾਦੀ ਹੋਈ। ਉਹਨਾਂ ਦੀ ਸ਼ਾਦੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਦਿਖਾਈ ਗਈ ਉਹਨਾਂ ਦਾ ਨੈਚੁਰਲ ਕਲਚਰ ਹੈ, ਜਿਹੜਾ ਉਹਨਾਂ ਦੇ ਮੁਲਕ ਦਾ ਕਲਚਰ ਹੈ। ਉਹ ਇੱਕ ਸ਼ਾਦੀ ਸਾਡੇ ਪਾਕਿਸਤਾਨ 'ਚ ਵੀ ਹੋਈ ਸੀ, ਉਹ 2-3 ਭੈਣਾਂ ਤੇ ਉਹ ਯੂਟਿਊਬਰ ਹੈ ਤੇ 2-3 ਹੋਰ ਵੀ ਯੂਟਿਊਬਰ ਵੱਡੇ ਜਿਹੜੇ ਡਾਲਰਾਂ ਦੇ ਪਿੱਛੇ ਡੁੱਲੇ ਰਹਿੰਦੇ ਆ ਤੇ ਆਪਣੀਆਂ ਫੈਮਲੀਆਂ ਵੇਚ ਕੇ ਖਾ ਰਹੇ ਆ। ਇਹਨਾਂ ਨੇ ਵੀ ਸ਼ਾਦੀਆਂ ਕੀਤੀਆਂ, 10-10 ਦਿਨ ਚੱਲਦੀਆਂ ਰਹੀਆਂ ਤੇ ਟੋਟਲੀ ਇੰਡੀਅਨ ਜਿਹੜਾ ਸੀ ਨਿਜ਼ਾਮ ਉਹ ਵਿਖਾਇਆ। ਤੇ ਸਾਡੇ ਇਹ ਜਿਹੜੀ ਅਹਿਸਾਸੇ ਕਮਤਰੀ ਹੈ ਕਿ ਅਸੀਂ ਆਪਣਾ ਜ਼ਾਤੀ ਜਿਹੜਾ ਕਲਚਰ ਆ ਉਹ ਕਦੀ ਨਹੀਂ ਵਿਖਾਇਆ। ਸਾਡੇ ਇੱਥੇ ਕਦੀ ਕੋਈ ਸ਼ਾਦੀ ਇਵੇਂ ਦੀ ਆਈ ਹੈ ਜਿਹਦੇ ਵਿੱਚ, ਮੈਂ ਖਾਸ ਤੌਰ ਪੰਜਾਬ ਦੀ ਗੱਲ ਕਰਾਂਗਾ, ਕਿ ਕੋਈ ਇਹੋ ਜਿਹੀ ਸ਼ਾਦੀ ਆਈ ਹੈ ਜਿਹਦੇ ਵਿੱਚ ਸਪੈਸ਼ਲ ਇੱਕ ਖੇਤਾਂ ਦੇ ਵਿੱਚ ਜਾ ਕੇ ਸੈੱਟ ਬਣਾਇਆ ਗਿਆ ਹੋਵੇ, ਜਿੱਥੇ ਕੱਚੇ ਘਰ ਵਿਖਾਏ ਗਏ ਹੋਣ ਰਹਿਣ ਵਾਸਤੇ। ਕੱਚੇ ਘਰ ਮਤਲਬ ਇੱਕ ਗਰੀਬ ਆਦਮੀ ਤੇ ਨਹੀਂ ਕਰ ਸਕਦਾ, ਲੇਕਿਨ ਇਹ ਜਿਹੜੀ ਵੱਡੀ ਸੈਲੀਬ੍ਰਿਟੀਜ਼ ਆ ਇਹ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੀਆਂ।
ਕਿ ਕੱਚੇ ਘਰ ਬਣੇ ਹੋਣ, ਉੱਥੇ ਬਾਹਰ ਦੇ ਮਹਿਮਾਨਾਂ ਨੂੰ ਸੱਦ ਕੇ ਉੱਥੇ ਰਿਹਾਇਸ਼ ਦਿੱਤੀ ਜਾਵੇ, ਉੱਥੇ ਉਹਨਾਂ ਨੂੰ ਰੱਖਿਆ ਜਾਵੇ, ਉਹਨਾਂ ਨੂੰ ਦੱਸਿਆ ਜਾਵੇ ਕਿ ਸਾਡਾ ਕਲਚਰ ਅਸੀਂ ਪੂਰੀ ਦੁਨੀਆ ਨੂੰ ਵਿਖਾਈਏ। ਲੇਕਿਨ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ। ਸਾਡੇ ਕੋਲ ਤੇ ਉਹ ਟਾਈ ਪਤਲੂਨ ਤੇ ਪੱਗ ਘੁੱਟਣੀਆਂ ਪਾ ਲੈਣੀਆਂ, ਮੁੜ ਕੇ ਅਸੀਂ ਕਿਸੇ ਦੀ ਗੱਲ ਵੀ ਨਹੀਂ ਸੁਣਦੇ। ਜੇ ਕੋਈ ਸਵਾਲ ਕਰਦੇ ਤਾਂ ਇੰਝ ਦੇ ਨਹੀਂ ਕੰਨ ਕਰਕੇ ਨਾ ਤੇ ਹਾਂ 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 ਨਿਕਲ ਜਾਈਦਾ। ਅਸੀਂ ਵੋਟ ਹੀ ਉਹਨਾਂ ਨੂੰ ਦਿੰਦੇ ਹਾਂ। ਵੋਟ ਤੇ ਅਸੀਂ ਕੀ ਦਿੰਦੇ, ਸਾਡਾ ਤਾਂ ਮੈਂਡੇਟ ਹੀ ਚੋਰੀ ਹੋ ਜਾਂਦਾ। ਅੱਛਾ, ਉਸ ਤੋਂ ਬਾਅਦ ਮੁਕੇਸ਼ ਅੰਬਾਨੀ ਦੇ ਮੁੰਡੇ ਦੇ ਵਿੱਚ ਉਹਨਾਂ ਲੋਕਾਂ ਨੇ ਸ਼ਿਰਕਤ ਕੀਤੀ ਜਿਹੜੇ ਇਕੱਠੇ ਈਦ ਦੀ ਨਮਾਜ਼ ਇੱਕ ਮਸਜਿਦ 'ਚ ਪੜ੍ਹਨਾ ਗਵਾਰਾ ਨਹੀਂ ਕਰਦੇ। ਮੈਂ ਗੱਲ ਕਰ ਰਿਹਾ ਤਿੰਨੋਂ ਖਾਨ। ਆਮਰ ਖਾਨ ਕਦੀ ਆਪਣਾ ਅਵਾਰਡ ਲੈਣ ਨਹੀਂ ਗਿਆ, ਸ਼ਾਹਰੁਖ ਖਾਨ ਕਿਸੇ ਤਕਰੀਬ 'ਚ ਨਹੀਂ ਗਿਆ ਜਿੱਥੇ ਆਮਰ ਖਾਨ ਤੇ ਸਲਮਾਨ ਖਾਨ ਹੋਵੇ, ਤੇ ਜਿੱਥੇ ਆਮਰ ਖਾਨ ਤੇ ਸ਼ਾਹਰੁਖ ਖਾਨ ਹੋਵੇ ਉੱਥੇ ਸਲਮਾਨ ਖਾਨ ਨਹੀਂ ਗਿਆ ਕਦੀ। ਇਸ ਤਕਰੀਬ ਦੇ ਵਿੱਚ ਤਿੰਨੋਂ ਹੀ ਨੱਚ ਰਹੇ ਸੀ, ਤਿੰਨੋਂ ਨੱਚ ਰਹੇ ਸੀਗੇ। 2018 ਦੇ ਵਿੱਚ ਮੁਕੇਸ਼ ਅੰਬਾਨੀ ਦੀ ਕੁੜੀ ਦੀ ਸ਼ਾਦੀ ਸੀ, ਉਦੋਂ ਇਹ ਤਿੰਨੋਂ ਹੀ ਲੋਕਾਂ ਨੂੰ ਖਾਣਾ ਪਰੋਸ ਰਹੇ ਸੀਗੇ। ਇਸ ਸ਼ਾਦੀ ਦੇ ਵਿੱਚ ਤੁਸੀਂ ਰਣਵੀਰ ਕਪੂਰ ਸਾਰੇ ਐਕਟਰ ਵੇਖੇ, ਸਾਰੇ ਦਰੀਆਂ ਤੇ ਬੈਠੇ ਆ। ਕੀ ਵਿਖਾਇਆ ਉਹਨੇ ਆਪਣਾ ਕਲਚਰ ਵਿਖਾਇਆ ਔਰ ਉੱਥੇ ਪੈਸੇ ਦੀ ਤਾਕਤ ਵਿਖਾਈ ਹੈ। ਇਸ ਤਰ੍ਹਾਂ ਲੱਗ ਰਿਹਾ ਸੀ ਜਿਸ ਤਰ੍ਹਾਂ ਉੱਤੋਂ ਕਿਸੇ ਨੇ ਡੰਡਾ ਦਿੱਤਾ ਵੀ ਤੁਸੀਂ ਸਾਰਿਆਂ ਜਾਣਾ ਹੀ ਜਾਣਾ ਉੱਥੇ, ਜੇ ਨਾ ਗਏ ਤੇ ਤੁਹਾਡੀ ਖੈਰ ਨਹੀਂ ਹੈਗੀ। ਸਾਰੇ ਸਕੂਲ 'ਚ ਪਹੁੰਚੇ ਸੀਗੇ। ਫਿਰ ਉਸ ਤੋਂ ਬਾਅਦ ਉਹਨੇ ਵੱਡੇ ਵੱਡੇ ਜਿਹੜੇ ਨਾਮਵਰ ਪੈਸੇ ਵਾਲੇ ਲੋਕ ਸੀ ਦੂਸਰੇ ਮੁਲਕਾਂ 'ਚ, ਉਹਨਾਂ ਨੂੰ ਸੱਦਿਆ, ਆਪਣੇ ਪ੍ਰਾਈਵੇਟ ਜੈਟ ਜਿਹੜੇ ਉਹ ਹਾਇਰ ਕੀਤੇ, ਤੇ ਜਿਸ ਇਲਾਕੇ 'ਚ ਉਹ ਸ਼ਾਦੀ ਸੀ ਉੱਥੇ ਦਾ ਜਿਹੜਾ 에ਅਰਪੋਰਟ ਸੀਗਾ ਉਹ ਇੰਟਰਨੈਸ਼ਨਲ 에ਅਰਪੋਰਟ ਨਹੀਂ ਸੀਗਾ। ਉਹਨੂੰ 10 ਦਿਨਾਂ ਦੇ ਅੰਦਰ ਅੰਦਰ ਉਹਨੇ ਇੰਟਰਨੈਸ਼ਨਲ 에ਅਰਪੋਰਟ ਕਲੀਅਰ ਕਰਵਾ ਕੇ ਉੱਥੇ ਸਾਰੀਆਂ ਫੈਸਿਲਿਟੀਜ਼ ਲਿਆਂਦੀਆਂ, ਲਿਆ ਕੇ ਤੇ ਸਾਰੇ ਤਿਆਰੇ ਉੱਥੇ ਲੈਂਡ ਕਰਦੇ ਰਹੇ। ਦੇਖੋ ਪੈਸਾ ਕੀ ਕੁਛ ਕਰਵਾ ਦਿੰਦਾ। ਤੇ ਸਾਡੇ ਮੁਲਕ ਦੇ ਵਿੱਚ ਕੀ ਹੋ ਰਿਹਾ, ਉਹਨੇ ਆਪਣਾ ਮੋਦੀ ਨੇ ਕਲਚਰ ਵਿਖਾ ਕੇ, ਮੋਦੀ ਨੇ ਆਪਣਾ ਕਲਚਰ, ਆਪਣਾ ਰਹਿਣ ਸਹਿਣ, ਹਰ ਸ਼ੈ ਵਿਖਾਈ ਆ। ਵਿਖਾ ਕੇ ਤੇ ਉਹਨੇ ਪੂਰੀ ਦੁਨੀਆ ਨੂੰ ਇੱਕ ਮੈਸੇਜ ਦੇ ਦਿੱਤਾ ਕਿ ਅਸੀਂ ਇੱਕ ਇਹੋ ਜਿਹਾ ਸਟੇਟ ਆ ਜਿਹੜੇ ਕਿ ਅਮਨ ਪਸੰਦ ਆ। ਸਾਡੇ ਕੋਲ ਕੁਝ ਵੀ ਨਹੀਂ, ਅਸੀਂ ਸਿਰਫ ਆਕੜ ਹੀ ਸਕਦੇ ਹਾਂ। ਪਿਛਲੇ ਦਿਨ ਮੈਂ ਇੱਕ ਸਟੋਰੀ ਵੇਖ ਰਿਹਾ ਸੀਗਾ ਤੇ ਉਹਦੇ 'ਚ ਉਹ ਬੰਦਾ ਕਹਿੰਦਾ ਮੈਂ ਮਦੀਨੇ ਬੈਠਾ ਤੇ ਉੱਥੇ ਇੱਕ ਇੰਡੀਅਨ ਮੁਸਲਮਾਨ ਹੀ ਬੈਠਾ ਸੀਗਾ, ਤੇ ਉੱਥੇ ਉਹ ਕੋਈ ਸਵਾਲ ਜਵਾਬ ਹੋਏ ਤੇ ਉਹਨੇ ਕਿਹਾ ਜੀ ਮੁਸਲਮਾਨਾਂ ਪਾਕਿਸਤਾਨੀਆਂ 'ਚ ਨਾ ਦੋ ਰੌਲੇ ਜਿਹੜੇ ਉਹ ਬੜੇ ਖਰਾਬ ਆ, ਇਹ ਹਟ ਜਾਣ ਤੇ ਇਹ ਸਹੀ ਹੋ ਜਾਣ। ਉਹ ਕਹਿੰਦਾ ਕੀ, ਕਹਿੰਦਾ ਤੁਹਾਡੇ 'ਚ ਪਤਾ ਨਹੀਂ ਕਾਹਦੀ ਆਕੜ ਆ, ਮਤਲਬ ਤੁਸੀਂ ਆਕੜਦੇ ਬਹੁਤ ਆ। ਦੂਸਰੀ ਚੀਜ਼ ਉਹਨੇ ਕਿਹਾ ਤੁਹਾਡੇ ਪੱਲੇ ਕੁਛ ਵੀ ਨਹੀਂਗਾ, ਪੱਲੇ ਕੁਛ ਨਹੀਂ ਹੈਗਾ, ਤੁਸੀਂ ਆਕੜਦੇ ਆ, ਇੱਕ ਦੂਸਰੇ ਨੂੰ ਵਿੱਚੋਂ ਵਿੱਚ ਹੀ ਖਾਈ ਜਾਂਦੇ ਆ। ਜਿੱਦਣ ਤੁਹਾਡੇ 'ਚ ਇਹ ਮੁੱਕ ਗਿਆ ਤੁਸੀਂ ਉਸ ਦਿਨ ਕਾਮਯਾਬ ਹੋ ਜਾਓਗੇ। ਅੱਜ ਅਸੀਂ ਪੰਜਾਬ ਦੀ ਧਰਤੀ ਤੇ ਰਹਿੰਦੇ ਆ, ਆਪਣੇ ਆਪ ਨੂੰ ਪੰਜਾਬੀ ਕਹਿੰਦੇ ਆ, ਲੇਕਿਨ ਅਸੀਂ ਬੋਲਦੇ ਕੀ ਆ, ਇੰਗਲਿਸ਼। ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਸਕੂਲੇ ਪਾਉਂਦੇ ਆ, ਫਿਰ ਘਰ ਆ ਕੇ ਬੱਚਿਆਂ ਨੂੰ ਕਹਿੰਦੇ ਆ ਨਹੀਂ ਅੱਬਾ ਨਹੀਂ ਕਹਿਣਾ, ਪਾਪਾ ਕਹੋ, ਪਾਪਾ। ਯਾਰ ਪਾਪਾ ਕਹਿ ਲਿਆ ਤੇ ਤੁਸੀਂ ਕਿਹੜਾ ਬਦਲ ਜਾਣਾ, ਤੁਸੀਂ ਤੇ ਉਹੀ ਰਹਿਣਾ। ਬਜਾਏ ਇਸ ਦੇ ਕਿ ਆਪਣਾ ਕਲਚਰ ਖਤਮ ਕਰੋ। ਉਹ ਕੌਮਾਂ ਕਦੀ ਵੀ ਦੁਨੀਆ ਤੇ ਨਹੀਂ ਰਹਿੰਦੀਆਂ ਜਿਹੜੀਆਂ ਆਪਣੇ ਆਪ ਨੂੰ ਭੁੱਲ ਕੇ ਦੂਸਰਿਆਂ ਦੇ ਪਿੱਛੇ ਲੱਗ ਜਾਂਦੀਆਂ। ਦੇਖੋ ਇਸ ਧਰਤੀ ਦੇ ਬੜੇ ਸੂਰਮਾ ਗੁਜ਼ਰੇ ਆ ਜਿਨ੍ਹਾਂ ਨੂੰ ਅਸੀਂ ਭੁੱਲੇ ਬੈਠੇ ਆ। ਅਸੀਂ ਆਪਣੀ ਕੋਈ ਵੀ ਸ਼ਾਦੀ ਹੋਵੇ ਉਹਦੇ ਵਿੱਚ ਕਦੀ ਇਹ ਚੀਜ਼ ਨਹੀਂ ਸ਼ੋਅ ਕਰਵਾਈ ਕਿ ਅਸੀਂ ਪੰਜਾਬੀ ਆ, ਅਸੀਂ ਇਹ ਕਰ ਸਕਦੇ ਹਾਂ। ਕਦੀ ਪੰਜਾਬੀ ਕਲਚਰ ਨੂੰ ਇੰਟਰੋਡਿਊਸ ਨਹੀਂ ਕਰਵਾਇਆ। ਅਸੀਂ ਉਹਦੇ ਵਿੱਚ ਉਹੀ ਇੰਡੀਅਨ ਕਲਚਰ ਲਿਆ ਕੇ ਲੋਕਾਂ ਨੂੰ ਵਿਖਾਉਂਦੇ ਹਾਂ। ਸਾਡੇ ਕੋਲ ਆਪਣਾ ਕੁਛ ਹੈ ਹੀ ਨਹੀਂ ਸ਼ਾਇਦ। ਸਾਡਾ ਤੇ ਆਪਣਾ ਬਥੇਰਾ ਕਲਚਰ ਹੈ ਜਿਹੜਾ ਅਸੀਂ ਵਿਖਾ ਸਕਦੇ ਹਾਂ। ਤੇ ਇਹ ਜਿਹੜੇ ਇੰਡੀਅਨ ਐਕਟਰ, ਅਦਾਕਾਰ ਸਾਰੇ ਇੱਕੋ ਹੀ ਸ਼ਾਦੀ 'ਚ ਆ ਗਏ ਆ, ਉਹਦੇ ਕੀ ਵਿਖਾਇਆ? ਇਹੀ ਕੁਝ ਵਿਖਾਇਆ ਨਾ ਕਿ ਅਸੀਂ ਦੁਨੀਆ ਨੂੰ ਦੱਸ ਰਹੇ ਕਿ ਅਸੀਂ ਇੱਕੋ ਹੀ ਆ, ਅਸੀਂ ਇੱਕ ਮੁਲਕ 'ਚ ਰਹਿੰਦੇ ਹਾਂ। ਜਿਹੜਾ ਪਾਕਿਸਤਾਨ ਬਣਿਆ ਸੀ ਇਹ ਗਲਤ ਸੀਗਾ। ਇਹ ਵੇਖੋ ਇੱਥੇ ਮੁਸਲਮਾਨ ਵੀ ਇਕੱਠੇ, ਹਿੰਦੂ, ਸਿੱਖ ਸਾਰੇ ਇੱਕੋ ਜਗ੍ਹਾ ਤੇ ਇੱਕੋ ਸ਼ਾਦੀ ਦੇ ਵਿੱਚ ਉਹਨਾਂ ਨੇ ਲਿਆਂਦੇ ਆ। ਫਿਰ ਇੰਡੀਅਨ ਗੁਲੂਕਾਰਾ ਜਿਹੜੀ ਕਹਿੰਦੀ ਸੀ ਇੰਡੀਆ ਇੱਕ ਗਰੀਬ ਮੁਲਕ ਆ ਤੇ ਬਿਕਾਰੀ ਹੈ, ਉਹਨਾਂ ਨੇ ਉਸੇ ਨੂੰ ਪੈਸਾ ਦਿੱਤਾ ਦੇ ਕੇ ਤੇ ਉਸੇ ਬਿਕਾਰੀ ਮੁਲਕ ਦੇ ਸਾਹਮਣੇ ਲਿਆ ਖੜੀ ਕੀਤਾ, ਕਹਿੰਦੇ ਨੱਚ ਇੱਥੇ, ਤੇ ਉਹਨੇ ਨੱਚਿਆ, ਪੈਸੇ ਦੇ ਕੇ ਵਿਕੀ ਹੈ। ਮਤਲਬ ਗੈਰਤਮੰਦ ਕੌਮਾਂ, ਜ਼ਰੂਰੀ ਨਹੀਂ ਕਿ ਦੇਖੋ ਛੋਟੇ ਲੋਕ ਜਿਹੜੇ ਉਹ ਗੈਰਤ ਕਰਦੇ ਆ ਲੇਕਿਨ ਉਹਨਾਂ ਦੀ ਹੱਥ ਨਹੀਂ ਜਾਂਦਾ। ਉਹਦਾ ਮਤਲਬ ਹੁੰਦਾ ਕਿ ਛੋਟਿਆਂ ਦੀ ਗੈਰਤ ਵੱਡਿਆਂ ਨੇ ਪੂਰੀ ਕਰਨੀ ਜਿਨ੍ਹਾਂ ਦਾ ਹੱਥ ਪੈਂਦਾ ਹੋਵੇ। ਮੁਕੇਸ਼ ਅੰਬਾਨੀ ਨੇ ਪੂਰੀ ਕਰ ਦਿੱਤੀ, ਉਹਨੇ ਲਿਆ ਕੇ ਨਚਾਏ ਉਹ ਕੰਜਰ ਜਿਹੜੇ ਕਹਿੰਦੇ ਸੀਗੇ ਕਿ ਇੰਡੀਆ ਗਲਤ ਆ। ਤੇ ਸਾਡੇ ਪਾਕਿਸਤਾਨ 'ਚੋਂ ਕਿਹਨੂੰ ਇਨਵਾਈਟ ਕੀਤਾ ਸੀਗਾ? ਜੇ ਕਿਸੇ ਨੂੰ, ਮੈਂ ਤਾਂ ਨਹੀਂ ਵੇਖਿਆ, ਜੇ ਕਿਸੇ ਨੂੰ ਕੀਤਾ ਸੀ ਇਨਵਾਈਟ ਤਾਂ ਮੈਨੂੰ ਦੱਸਿਓ ਜ਼ਰਾ। ਇੱਥੇ ਨਵਾਜ਼ ਸ਼ਰੀਫ ਸਾਹਿਬ ਦੀ ਕੁੜੀ ਦੀ ਵਿਆਹ ਹੁੰਦੇ ਆ ਜਾਂ ਕੁਛ ਵੀ ਹੁੰਦਾ ਤੇ ਮੋਦੀ ਸਾਹਿਬ ਨੂੰ ਸੱਦਿਆ ਹੁੰਦਾ ਸਪੈਸ਼ਲ, ਇੱਥੋਂ ਅੰਬਾਂ ਦੀਆਂ ਪੇਟੀਆਂ ਜਾ ਰਹੀਆਂ ਤੇ ਉਹਨਾਂ ਨੇ ਘਾਹ ਵੀ ਨਹੀਂ ਪਾਇਆ ਇਹਨਾਂ ਨੂੰ। ਉਹ ਇਹਨਾਂ ਨੂੰ ਬੁਲਾਉਣਾ ਹੀ ਗਵਾਰਾ ਨਹੀਂ ਸਮਝੇ ਕਿ ਇਹਨਾਂ ਨੂੰ ਉੱਥੇ ਸੱਦੀਏ ਤੇ ਇਹਨਾਂ ਨੂੰ ਅਸੀਂ ਆਪਣੀ ਕੋਈ ਫੰਕਸ਼ਨ ਦੇ ਵਿੱਚ ਇਹਨਾਂ ਨੂੰ ਇਨਵਾਈਟ ਕਰ ਲਈਏ। ਬਾਕੀ ਸ਼ਾਦੀ ਜ਼ਬਰਦਸਤ ਸੀਗੀ, ਲੇਕਿਨ
ਇਹਦੇ 'ਚ ਦੋ ਮਸਲੇ, ਇੱਕ ਉਹ ਡੋਲੀ ਚਾਹ ਵਾਲੇ ਦਾ ਝੂਠ ਕਿ ਬਿਲ ਗੇਟਸ ਇਕੱਲਾ ਹੀ ਉੱਥੇ ਗਿਆ ਤੇ ਜਾ ਕੇ ਚਾਹ ਪੀ ਕੇ ਆ ਗਿਆ। ਉਹ ਜਗ੍ਹਾ ਹੀ ਨਹੀਂ ਕਿ ਜਿੱਥੇ ਉਹਦੀ ਚਾਹ ਵਾਲੀ ਰੇਹੜੀ ਹੁੰਦੀ ਆ। ਕੀ ਗੱਲ ਉਹ ਰੇਹੜੀ ਰੋਜ਼ ਧੱਕਦਾ ਇੱਧਰ ਉੱਧਰ ਲੈ ਜਾਂਦਾ ਰਹਿੰਦਾ, ਕਦੀ ਕਿਤੇ ਲੈ ਗਿਆ ਤੇ ਕਦੀ ਕਿਤੇ। ਤੁਸੀਂ ਉਸ ਵੀਡੀਓ ਨੂੰ ਗੌਰ ਨਾਲ ਵੇਖੋ, ਇੱਕ ਛੋਟਾ ਜਿਹਾ ਕੋਈ ਪਾਰਕ ਦਾ ਕੋਈ ਹਿੱਸਾ ਆ ਜਿਸ ਜਗ੍ਹਾ ਤੇ ਰੇਹੜੀ ਖੜੀ ਕੀਤੀ ਆ। ਸਪੈਸ਼ਲ ਡੋਲੀ ਨੂੰ ਤਿਆਰ ਕਰਕੇ ਚੁੱਪਕੇ ਨਾਲ ਉੱਥੇ ਲਿਜਾਇਆ ਗਿਆ, ਔਰ ਉੱਥੇ ਤਾਂ ਕਿ ਡੋਲੀ ਦੇ ਜਾਣਨ ਵਾਲੇ ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਡੋਲੀ ਅੱਜ ਉੱਥੇ ਵੀਡੀਓ ਬਣਾ ਰਿਹਾ। ਵੀਡੀਓ ਬਣਾਈ ਗਈ ਆ, ਸ਼ੂਟ ਕੀਤੀ ਗਈ ਆ, ਤੇ ਦੁਨੀਆ ਦੇ ਅਮੀਰ ਤਰੀਨ ਸ਼ਖਸ ਨੇ ਵੀ ਇਸ ਝੂਠ ਦਾ ਹਿੱਸਾ ਪਾਇਆ। ਬਾਕੀ ਤੁਸੀਂ ਆਪਣੀ ਰਾਏ ਜ਼ਰੂਰ ਦੇਣਾ, ਲੇਕਿਨ ਮੈਂ ਇਹੀ ਕਹਾਂਗਾ ਕਿ ਇੰਡੀਆ ਜਿਹੜਾ ਨਾ ਉਹਨੇ ਆਪਣੇ ਆਪ ਨੂੰ ਮਨਵਾਇਆ ਦੁਨੀਆ 'ਚ। ਅਸੀਂ ਸੋਸ਼ਲ ਐਪਾਂ ਬੰਦ ਕਰ ਰਹੇ ਹਾਂ, ਉਹਨਾਂ ਹੀ ਐਪਾਂ ਦੇ ਉੱਤੇ ਉਹਨਾਂ ਦੀਆਂ ਵੀਡੀਓ ਰੋਜ਼ ਚੜ ਰਹੀਆਂ, ਟੋਟੇ ਕਰਕੇ ਨਾ ਰੋਜ਼ ਚੜਾ ਰਹੇ ਹੋ, ਕਹਿੰਦੇ ਆ ਵੇਖੋ ਅਸੀਂ ਇਹ ਕੁਛ ਕਰ ਸਕਦੇ ਹਾਂ। ਚਾਹ ਵਾਲਾ ਗੱਡੀ ਨੂੰ ਚੰਦ ਤੇ ਭੇਜ ਸਕਦਾ ਤੇ ਚਾਹ ਵਾਲਾ ਹੀ ਚੰਦ ਤੇ ਰਹਿਣ ਵਾਲਿਆਂ ਨੂੰ ਚਾਹ ਵਾਲਿਆਂ ਕੋਲ ਬੁਲਾ ਸਕਦਾ। ਆਪਣੀ ਰਾਏ ਕਮੈਂਟ ਜ਼ਰੂਰ ਦੇਣਾ। ਅੱਲਾਹ ਪਾਕ ਸਾਰਿਆਂ ਨੂੰ ਖੁਸ਼ੀਆਂ ਦੇਵੇ, ਸਾਰਿਆਂ ਨੂੰ ਸਿਹਤ ਦੇਵੇ ਤੇ ਨੇਕ ਹਦਾਇਤ ਦੇਵੇ। ਅੱਲਾਹ ਹਾਫਿਜ਼।